ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਮੈਂ ਹਾਂ ਨਵਜੀਤ। ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਾਂਗੇ। ਜਿਹੜੀ ਖਬਰ ਅੱਜ ਸਭ ਤੋਂ ਚਰਚਾ ਵਿੱਚ ਰਹੀ ਹੈ ਉਹ ਜਗਵੀਰ ਸਿੰਘ ਬਰਾੜ ਹੋਰਾਂ ਨੂੰ ਲੈ ਕੇ ਹੈ, ਕਿਉਂਕਿ ਆਮ ਆਦਮੀ ਪਾਰਟੀ ਵਿੱਚ ਉਹ ਅੱਜ ਸ਼ਾਮਲ ਹੋ ਗਏ ਨੇ। ਇਸ ਨੂੰ ਜਲੰਧਰ ਦੀ ਜ਼ਿਮਨੀ ਚੋਣ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਦੂਸਰੇ ਪਾਸੇ ਰਾਹੁਲ ਗਾਂਧੀ ਹੋਰਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ। ਕੁਝ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਮਾਫੀ ਮੰਗ ਲੈਂਦੇ, ਉਹਨਾਂ ਨੇ ਇੱਕ ਜਵਾਬ ਦਿੱਤਾ ਹੈ, ਕਰਾਰਾ ਜਿਹਾ ਜਵਾਬ ਲੱਗਦਾ ਹੈ। ਉੱਤੇ ਵੀ ਚਰਚਾ ਕਰਾਂਗੇ, ਪਰ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜ਼ਿਮਨੀ ਚੋਣ ਆਉਣ ਵਾਲੀ ਆ ਤੇ ਉਸ ਤੋਂ ਪਹਿਲਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਕੁਝ ਕੁ ਸਿਆਸਤਦਾਨ ਦੂਸਰੀਆਂ ਪਾਰਟੀਆਂ ਵਿੱਚ ਵੀ ਜਾ ਰਹੇ ਨੇ। ਅੱਜ ਪਤਾ ਚੱਲਿਆ ਕਿ ਜਗਵੀਰ ਸਿੰਘ ਬਰਾੜ ਹੁਣੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਪਹਿਲਾਂ ਅਕਾਲੀ ਦਲ, ਫਿਰ ਪੀਪੀਪੀ, ਫਿਰ ਅਕਾਲੀ ਦਲ ਕਾਂਗਰਸ ਦਾ ਸਫ਼ਰ ਤੈਅ ਕਰਦੇ ਹੋਏ ਆਮ ਆਦਮੀ ਪਾਰਟੀ ਵੱਲ ਆਉਣਾ ਕਿਵੇਂ ਦੇਖਦੇ ਆ ਜੀ? ਨਵਜੀਤ ਜੀ, ਪਹਿਲੀ ਗੱਲ ਇਹ ਕਿ ਜਗਵੀਰ ਸਿੰਘ ਬਰਾੜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ, ਮਰਜ਼ੀ ਨਾਲ ਹੋਇਆ, ਇਹ ਤਾਂ ਗੱਲ ਪੱਕੀ ਹੈ। ਇਹਨੇ ਪਹੁੰਚ ਕੀਤੀ ਉਹਨਾਂ ਤੱਕ, ਮੈਨੂੰ ਲੈ ਲਓ ਕਿ ਉਹਨਾਂ ਪਹੁੰਚ ਕੀਤੀ, ਤੁਸੀਂ ਆ ਜਾਓ, ਇਹ ਸਾਨੂੰ ਨਹੀਂ ਪਤਾ। ਪਰ ਇੱਕ ਗੱਲ ਪੱਕੀ ਹੈ ਕਿ ਜਿਹੜੀ ਗੱਲ ਫਟਾਫਟ ਮੀਡੀਆ ਦੇ ਕੁਝ ਹਿੱਸਿਆਂ ਨੇ ਚੁੱਕੀ ਕਿ ਇਹ ਜਲੰਧਰ ਤੋਂ ਉਪ ਚੋਣ ਯਾਨੀ ਜਿਹੜੀ ਬਾਈ ਇਲੈਕਸ਼ਨ ਹੋਣ ਵਾਲੀ ਹੈ ਪਾਰਲੀਮੈਂਟ ਦੀ, ਉਹਦਾ ਉਮੀਦਵਾਰ ਹੋਊ, ਉਹ ਸਰਾਸਰ ਗਲਤ ਹੈ। ਜਲੰਧਰ ਦੀ ਲੋਕ ਸਭਾ ਸੀਟ ਜਿਹੜੀ ਆ ਉਹ ਰਿਜ਼ਰਵ ਆ, ਇਹ ਰਿਜ਼ਰਵ ਕੈਟੇਗਰੀ 'ਚੋਂ ਨਹੀਂ ਗਿਆ, ਇਸ ਕਰਕੇ ਇਹ ਉਹ ਚੋਣ ਬਿਲਕੁਲ ਨਹੀਂ ਲੜ ਸਕਦਾ। ਇਹ ਤਾਂ ਗੱਲ ਪਾਸੇ ਰਹਿ ਗਈ। ਦੂਸਰੀ ਗੱਲ, ਮੈਂ ਜਗਵੀਰ ਸਿੰਘ ਬਰਾੜ ਨੂੰ ਬਹੁਤ ਪੁਰਾਣਾ ਜਾਣਦਾ, ਬਲਕਿ ਉਦੋਂ ਦਾ ਜਾਣਦਾ ਜਦੋਂ ਜਗਵੀਰ ਸਿੰਘ ਬਰਾੜ ਜੇ ਬਲਾਕ ਡਿਵੈਲਪਮੈਂਟ ਅਫਸਰ ਸੀ। ਇਹ ਵੀਡੀਓ ਸੀ ਤੇ ਅਸੀਂ ਇੱਕ ਵਿਆਹ ਤੇ ਇਕੱਠੇ ਖੜੇ ਸਾਂ, ਇੱਕ ਨੁੱਕਰ ਤੇ ਮੀਂਹ 'ਚ ਭਿੱਜਦੇ ਸਾਂ ਤੇ ਹਾਸੇ 'ਚ ਗੱਲਾਂ ਚੱਲਦੀਆਂ ਤੇ ਮੈਂ ਹੀ ਕਿਹਾ ਸੀ, ਜਗਵੀਰ ਕੀ ਲੈਣਾ ਵੀਡੀਓਸ਼ਿਪ ਤੋਂ ਅਸਤੀਫਾ ਦੇ ਕੇ ਵਿਧਾਨ ਸਭਾ ਦੀ ਚੋਣ ਲੜ ਲੈ। ਕਹਿੰਦਾ ਭਾਜੀ ਮੈਂ ਚੋਣ ਲੜਾਂ। ਮੈਂ ਕਿਹਾ ਤੁਹਾਡੇ ਦਾਦਾ ਜੀ ਐਮਐਲਏ ਹੁੰਦੇ ਸੀ, ਤੁਹਾਨੂੰ ਕੀ ਆ? ਇਹਨੇ 2 ਮਹੀਨਿਆਂ ਬਾਅਦ ਆ ਕੇ ਆਖਿਆ ਮੈਂ ਅਸਤੀਫਾ ਦੇ ਦਿੱਤਾ, ਮੈਂ ਚੋਣ ਲੜਨ ਲੱਗਾ। ਮੈਂ ਕਿਹਾ ਕਿਉਂ? ਭਾਜੀ ਤੁਸੀਂ ਕਹਿੰਦੇ ਸੀ। ਉਹ ਸਾਰੀਆਂ ਹਾਸੇ ਦੀਆਂ ਗੱਲਾਂ ਸਨ। ਇਹਨੇ ਚੋਣ ਲੜੀ ਅਕਾਲੀ ਦਲ ਵੱਲੋਂ, ਜਗਵੀਰ ਸਿੰਘ ਬਰਾੜ ਐਮਐਲਏ ਬਣ ਗਿਆ। 5 ਸਾਲ ਪੂਰੇ ਕਰਨੇ ਔਖੇ ਹੋ ਗਏ ਕਿਉਂਕਿ ਚਾਚੇ ਤੇ ਤਾਏ ਦੇ ਪੁੱਤਰਾਂ ਦਾ ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਦਾ ਝਗੜਾ ਚੱਲ ਪਿਆ। ਉਸ ਝਗੜੇ 'ਚ ਇਹਦੀ ਰਿਸ਼ਤੇਦਾਰੀ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨਾਲ ਸੀ, ਉਹਨਾਂ ਨੇ ਇਹਨੂੰ ਵੀ ਨਿਸ਼ਾਨੇ ਤੇ ਰੱਖ ਲਿਆ। ਦੋਵੇਂ ਬਾਹਰ ਨਿਕਲ ਗਏ, ਪੀਪਲਸ ਪਾਰਟੀ ਬਣਾ ਲਈ। ਪਰ ਪੀਪਲਸ ਪਾਰਟੀ 'ਚ ਹਾਲਾਤ ਸੁਖਾਵੇਂ ਨਹੀਂ ਸੀ। ਇਹ ਛੱਡ ਕੇ ਫਿਰ ਕਾਂਗਰਸ ਪਾਰਟੀ 'ਚ ਚਲਾ ਗਿਆ। ਕਾਂਗਰਸ ਪਾਰਟੀ ਨੇ ਇਹਨੂੰ ਟਿਕਟ ਦੇ ਦਿੱਤੀ ਉਸੇ ਜਲੰਧਰ ਸੀਟ ਤੋਂ ਜਿੱਥੋਂ ਪਹਿਲਾਂ ਅਕਾਲੀ ਦਲ ਵੱਲੋਂ ਜਿੱਤਿਆ ਸੀ। ਪਰ ਮੁਸ਼ਕਲ ਇਹ ਆ ਗਈ ਕਿ ਜਿਹੜੇ ਅਕਾਲੀਆਂ ਵੇਲੇ ਦੇ ਸਾਥੀ ਸੀ ਉਹ ਸਾਰੇ ਉੱਥੇ ਰਹਿ ਗਏ ਤੇ ਉੱਥੇ ਪ੍ਰਗਟ ਤੋਂ ਖਲੋ ਗਿਆ, ਉਹਦੇ ਨਾਲ ਤੁਰ ਗਏ। ਇੱਧਰ ਕਾਂਗਰਸੀਆਂ ਨੇ ਇਹਨੂੰ ਬਾਹਰ ਦਾ ਬੰਦਾ ਕਹਿ ਕੇ ਤੇ ਦੀ ਮਦਦ ਪੂਰੀ ਨਾ ਕੀਤੀ, ਇਹ ਹਾਰ ਗਿਆ। ਉਦੋਂ ਅਗਲੀ 2017 ਦੀ ਚੋਣ 'ਚ ਕਾਂਗਰਸ ਨੇ ਇਹਨੂੰ ਉਹ ਸੀਟ ਇਸ ਕਰਕੇ ਨੇ ਦਿੱਤੀ ਕਿ ਪ੍ਰਗਟ ਤੋਂ ਵੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵੱਲੋਂ ਆ ਖਲੋਤਾ। ਇਹਨੂੰ ਫਿਰ ਆਖਿਆ ਨਕੋਦਰ ਚੱਲ ਜਾ। ਨਕੋਦਰ 'ਚ ਬਦਕਿਸਮਤੀ ਫਿਰ ਇਹਦੇ ਨਾਲ ਰਹੀ। ਉਹ ਇੱਕ ਤਾਂ ਉਸ ਹਲਕੇ 'ਚ ਇਹਦਾ ਬਹੁਤਾ ਕੰਮ ਨਹੀਂ ਸੀ, ਦੂਸਰਾ ਉਧਰੋਂ ਕਾਗਜ਼ ਭਰਤੇ, ਉਧਰੋਂ ਪਿੰਡ ਦੇ ਵਿੱਚ ਇੱਕ ਸੋਗ ਵਰਤ ਗਿਆ। ਉਹ ਸੋਗੀ ਘਟਨਾ ਦਾ ਕਰਕੇ 2 ਦਿਨ ਇੱਥੇ 2 ਦਿਨ ਪਿੰਡ, 2 ਦਿਨ ਇੱਥੇ 2 ਦਿਨ ਪਿੰਡ, ਚੋਣਾਂ ਨੇ ਕੀ ਲੜਨੀ ਸੀ, ਇਹ ਰਹਿ ਗਿਆ। ਇਸ ਵਾਰੀ ਫਿਰ 2022 ਦੀਆਂ ਚੋਣਾਂ 'ਚ ਇਹਨੂੰ ਕਾਂਗਰਸ ਪਾਰਟੀ ਆਨਾਕਾਨੀ ਜੇ ਟਾਲ ਮਟੋਲਾ ਜਿਹਾ ਕਰਨ ਲੱਗੀ, ਇਹ ਹਾਰ ਕੇ ਫਿਰ ਅਕਾਲੀ ਦਲ ਚਲਾ ਗਿਆ ਜਿੱਥੋਂ ਤੁਰਿਆ ਸੀ। ਪਰ ਇੱਥੇ ਬਦਕਿਸਮਤੀ ਫਿਰ ਨਾਲ ਕਿ ਜਿਹੜਾ ਪਿਛਲੀ ਵਾਰੀ ਦਾ ਕੈਂਡੀਡੇਟ ਸੀ ਸਰਬਜੀਤ ਸਿੰਘ ਮੱਕੜ, ਉਹ ਭਾਜਪਾ ਚਲਾ ਗਿਆ ਤੇ ਜਾਣ ਲੱਗਿਆ ਅੱਧੇ ਤੋਂ ਵੱਧ ਅਕਾਲੀਆਂ ਨੂੰ ਨਾਲ ਲੈ ਗਿਆ ਤੇ ਉਧਰੋਂ ਅਕਾਲੀ ਦਲ ਦਾ ਪਾਣੀ ਲੱਥਾ ਸੀ। ਇਹਨੂੰ ਫਿਰ ਮਾਰ ਪੈ ਗਈ। ਇਹਦੇ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਕਿਸੇ ਪਾਸਿਓਂ ਲੱਗਾ ਹੋਵੇ, ਇਹ ਗੱਲ ਤਾਂ ਮੈਂ ਅੱਜ ਤੱਕ ਸੁਣੀ ਨਹੀਂ। ਆਪਣੀ ਵੱਲੋਂ ਇਹਦਾ ਇਮੇਜ ਕਲੀਨ ਸੀ, ਕਲੀਨ ਹੈ, ਚਲੋ ਜਿੱਦਾਂ ਵੀ ਹੈ। ਪਰ ਉਹ ਲਗਾਤਾਰ ਬਦਕਿਸਮਤੀ ਦਾ ਸ਼ਿਕਾਰ ਸੀ। ਉੱਥੋਂ ਜਿਹੜੇ ਹਾਲਾਤ 'ਚੋਂ ਇਹ ਲੰਘ ਕੇ ਆਇਆ, ਉਹਨਾਂ ਦੇ ਵਿੱਚ ਇਹਨੂੰ ਲਗਾਤਾਰ ਜਿਹੜੀ ਆ ਕਿਸੇ ਨਾ ਕਿਸੇ ਪਾਸੋਂ ਸੱਟ ਪੈਂਦੀ ਰਹੀ। ਹੁਣ ਕਾਂਗਰਸ ਪਾਰਟੀ, ਅਕਾਲੀ ਦਲ ਦੋਵਾਂ ਪਾਸਿਆਂ ਤੋਂ ਜਦੋਂ ਇਹਦਾ ਮਨ ਖੱਟਾ ਹੋਇਆ ਸੀ ਤੇ ਅਖੀਰ ਆਮ ਆਦਮੀ ਪਾਰਟੀ ਚਲਾ ਗਿਆ। ਆਮ ਆਦਮੀ ਪਾਰਟੀ 'ਚ ਇਹਨੇ ਜ਼ਿੰਦਗੀ ਸ਼ੁਰੂ ਕਰਨੀ ਆ। ਆ ਜਿਹੜੀ ਉਪ ਚੋਣ ਹੈ ਇਹਦੇ ਵਿੱਚ ਤੇ ਮਤਲਬ ਇਹਦਾ ਕੋਈ ਨਹੀਂ, ਪਰ ਅਗਲੀਆਂ ਚੋਣਾਂ ਵਾਸਤੇ ਇਹ ਹੁਣ ਤੋਂ ਜੇ ਕੰਮ ਕਰੇ 4 ਸਾਲ ਬਾਅਦ ਜੇ ਆਉਣੀਆਂ, ਲੜਨੀ ਤਾਂ ਵਿਧਾਨ ਸਭਾ ਦੀ ਚੋਣ ਹੀ ਪੈਣੀ, ਪਾਰਲੀਮੈਂਟ ਦੀ ਇੱਥੇ ਲੜ ਨਹੀਂ ਸਕਦਾ। ਪਰ ਇਹ ਹੋ ਸਕਦਾ ਕਿ ਉਦੋਂ ਤੱਕ ਹਾਲਾਤ ਸੁਖਾਵੇਂ ਰਹਿਣ, ਇਹ ਇਸੇ ਤਰ੍ਹਾਂ ਤੁਰਿਆ ਜਾਵੇ ਤੇ ਕੋਈ ਗੱਲ ਬਣ ਵੀ ਜਾਵੇ। ਇਹਦੇ ਉੱਤੇ ਕਿਸੇ ਕਿਸਮ ਦੇ ਕੋਈ ਕਟਾਕਸ ਦੀ ਲੋੜ ਨਹੀਂ। ਪਹਿਲਾਂ ਵੀ ਕਿਹਾ ਕਿ ਕਿਉਂਕਿ ਇਹਦੇ ਉੱਤੇ ਸਿੱਧੇ ਤੌਰ ਦੇ ਉੱਤੇ ਇਹੋ ਜਿਹਾ ਕੋਈ ਦਾਗ ਨਹੀਂ ਲੱਗਾ ਹੋਇਆ ਜਿਹੜਾ ਕੋਈ ਕਹਿ ਸਕੇ ਕਿ ਨੇ ਆ ਕਰ ਦਿੱਤਾ। ਔਰ ਇਹਦਾ ਤੇ ਪ੍ਰਗਟ ਸਿੰਘ ਦਾ ਜੇ ਅਗਲੀ ਵਾਰੀ ਮੁਕਾਬਲਾ ਹੋਵੇ ਤਾਂ ਮੁਕਾਬਲਾ ਸਖਤ ਹੋ ਸਕਦਾ। ਆਮ ਆਦਮੀ ਪਾਰਟੀ ਵੱਲੋਂ ਜੇ ਇਹ ਆ ਜਾਵੇ
ਤੇ ਹੁਣ ਹਾਲਾਤ ਜਿੱਦਾਂ ਦੇ ਪਤਾ ਨਹੀਂ ਅਕਾਲੀ ਦਲ ਨੇ ਉੱਠ ਸਕਣਾ ਕਿ ਨਹੀਂ ਉੱਠ ਸਕਣਾ। ਕਈ ਵਾਰੀ ਡਿੱਗੀਆਂ ਪਾਰਟੀਆਂ ਵੀ ਉੱਠਦੀਆਂ ਹੁੰਦੀਆਂ, ਇਹ ਤਾਂ ਨਹੀਂ ਕਹਿ ਸਕਦੇ ਕਿ ਅਕਾਲੀ ਦਲ ਉੱਠਣਾ ਨਹੀਂ। ਅਕਾਲੀ ਦਲ ਦੁਬਾਰਾ ਵੀ ਉੱਠ ਸਕਦਾ, ਕਾਂਗਰਸ ਪਾਰਟੀ ਵੀ ਤਗੜੀ ਹੋ ਸਕਦੀ ਹੈ। 4 ਸਾਲਾਂ ਬਾਅਦ ਕਿਹੋ ਜਿਹੇ ਹਾਲਾਤ ਹੋਣਗੇ ਉਹਦਾ ਅੰਦਾਜ਼ਾ ਲਾ ਕੇ ਅੱਜ ਕੋਈ ਗੱਲ ਨਹੀਂ ਕਹੀ ਜਾ ਸਕਦੀ। ਅੱਜ ਸਿਰਫ ਇੰਨਾ ਕਿ ਜਗਬੀਰ ਸਿੰਘ ਬਰਾੜ ਗਿਆ ਤੇ ਕੁਝ ਹੋਰ ਬੰਦੇ ਕਾਂਗਰਸ ਪਾਰਟੀ ਨੂੰ ਵੀ ਛੱਡ ਕੇ ਤੇ ਅਕਾਲੀਆਂ ਨੂੰ ਵੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਵੀ ਜਾਣ ਨੂੰ ਫਿਰਦੇ ਆ ਤੇ ਜਾਣ ਨੂੰ ਭਾਜਪਾ 'ਚ ਵੀ ਫਿਰਦੇ ਆ। ਉਹਨਾਂ ਦੋਵਾਂ ਪਾਰਟੀਆਂ ਨੂੰ ਆਪੋ ਆਪਣਾ ਕਿਲ੍ਹਾ ਬਚਾਉਣ ਦੀ ਚਿੰਤਾ ਕਰਨੀ ਚਾਹੀਦੀ ਹੈ। ਜੀ ਪੰਨੂ ਸਾਹਿਬ, ਉਧਰ ਰਾਹੁਲ ਗਾਂਧੀ ਵੀ ਆਪਣਾ ਕਿਲਾ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਸੀ, ਪਰ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ। ਉਸ ਤੋਂ ਬਾਅਦ 2 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਤੇ ਨਾਲ ਹੀ ਜ਼ਮਾਨਤ ਵੀ ਹੋ ਜਾਂਦੀ ਹੈ। ਪਰ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉੱਥੇ ਪੁੱਛ ਲਿਆ ਸਵਾਲ ਮਾਫੀ ਨੂੰ ਲੈ ਕੇ, ਅਗਲੇ ਕਹਿੰਦੇ ਮੈਂ ਕਿਹੜਾ ਕੋਈ ਵੀਰ ਸਾਵਰਕਰ ਆ ਜਿਹੜਾ ਮਾਫੀ ਮੰਗਾ। ਰਾਹੁਲ ਗਾਂਧੀ ਹੋਰਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਆ? ਦੂਸਰੇ ਪਾਸੇ ਪ੍ਰਿੰਕਾ ਗਾਂਧੀ ਹੋਰਾਂ ਨੇ ਕਹਿ ਦਿੱਤਾ ਕਿ ਮੈਂ ਤਾਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਖੜੀਆਂ, ਪ੍ਰਧਾਨ ਮੰਤਰੀ ਸਾਹਿਬ ਚਾਹੁਣ ਤਾਂ ਕੇਸ ਕਰ ਦੇਣ। ਇਹ ਹਾਲਾਤ ਜਿੱਧਰ ਨੂੰ ਕਾਂਗਰਸ ਦੇ ਜਾ ਰਹੇ ਆ, ਪੰਨੂ ਸਾਹਿਬ ਅਗਲੀ ਸਥਿਤੀ ਕਿਵੇਂ ਲੱਗਦੀ ਹੈ? ਕਿਉਂਕਿ ਵਾਇਨਾਡ ਸੀਟ ਵੀ ਖਾਲੀ ਹੋ ਜਾਣੀ ਹੈ। ਦੇਖੋ, ਜਿਹੜੇ ਇਹਨੂੰ ਸਜ਼ਾ ਮਿਲਣੀ ਸੀ ਉਹਦੀ ਅਸੀਂ ਚਰਚਾ ਕਰ ਹਟੇ ਆ ਵੀ ਸਜ਼ਾ ਮਿਲ ਗਈ ਆ। ਇਹਨੂੰ ਪਾਰਲੀਮੈਂਟ ਦੀ ਮੈਂਬਰੀ ਤੋਂ ਖਾਰਜ ਕੀਤਾ, ਉਹ ਉਹਨਾਂ ਨੇ ਕਾਹਲੀ ਇਸ ਕਰਕੇ ਕੀਤੀ ਹੈ ਕਿ ਕਾਂਗਰਸ ਪਾਰਟੀ ਜਾ ਕੇ ਸਟੇ ਨਾ ਲੈ ਲੇ। ਮੈਂ ਕੱਲ ਵੀ ਆਖਿਆ ਸੀ ਇਹਨਾਂ ਦੀ ਟੀਮ ਨਿਕੰਮੀ ਨਿਕਲੀ ਜੇ ਰਾਤੋਂ ਰਾਤ ਹੀ ਭੱਜਦੇ ਹਾਈ ਕੋਰਟ ਵੱਲ। ਹਾਈ ਕੋਰਟ ਸਟੇ ਨਾ ਦਿੰਦੀ, ਉਸੇ ਵੇਲੇ ਸੁਪਰੀਮ ਕੋਰਟ ਜਾਂਦੇ। ਇੱਥੇ ਕਈਆਂ ਕੇਸਾਂ 'ਚ ਅੱਧੀ ਰਾਤ ਨੂੰ ਸੁਪਰੀਮ ਕੋਰਟ ਦੇ ਜੱਜਾਂ ਨੇ ਉੱਠ ਕੇ ਤੇ ਅਰਜ਼ੀਆਂ ਸੁਣੀਆਂ ਹੋਈਆਂ, ਇਹਨਾਂ ਦੀ ਸੁਣ ਵੀ ਸਕਦੇ ਸੀ। ਨਾ ਸੁਣਦੇ ਤੇ ਘੱਟੋ ਘੱਟ ਪਤਾ ਹੀ ਲੱਗ ਜਾਂਦਾ ਕਿ ਸੁਪਰੀਮ ਕੋਰਟ ਕੀ ਕਰਦੀ ਹੈ। ਇਹਨਾਂ ਨੇ ਬਹੁਤ ਸੁਸਤੀ ਵਿਖਾਈ ਹੈ, 24 ਘੰਟਿਆਂ ਤੱਕ ਫੈਸਲਾ ਹੀ ਨਹੀਂ ਕਰ ਸਕੇ ਕੀ ਕਰਨਾ, ਜਦ ਕਿ ਇਹਨਾਂ ਨੂੰ ਪਹਿਲਾਂ ਸੋਚਣਾ ਚਾਹੀਦਾ ਸੀ। ਉਹਦੇ ਨਾਲ ਤੇ ਇਹਦਾ ਨੁਕਸਾਨ ਹੋ ਗਿਆ। ਦੂਜੀ ਗੱਲ ਇਹ ਹੈ ਕਿ ਭਾਜਪਾ ਵਾਲੇ ਜਿਵੇਂ ਬਿਲਕੁਲ ਇਕੱਲੇ ਦੇ ਇਕੱਲੇ ਰਾਹੁਲ ਗਾਂਧੀ ਨੂੰ ਹੀ ਦੋਸ਼ੀ ਜਿਹਾ ਠਹਿਰਾਈ ਜਾਂਦੇ, ਇਹ ਗੱਲ ਕੋਈ ਨਹੀਂ। ਅਸਲ ਗੱਲ ਇਹ ਹੈ ਕਿ ਸਾਡੀ ਭਾਰਤ ਦੀ ਰਾਜਨੀਤੀ ਵਿੱਚ ਬਹੁਤ ਕੁਝ ਪੁੱਠਾ ਸਿੱਧਾ ਬੋਲਿਆ ਜਾਂਦਾ, ਕੋਈ ਕੇਸ ਨਹੀਂ ਕਰਦਾ। ਜੇ ਕਰਦੇ ਵੇ ਤੇ ਬੜੀ ਦੂਰ ਤੱਕ ਜਾ ਸਕਦੇ ਆ। ਔਰ ਜਿਨ੍ਹਾਂ ਦੇ ਉੱਤੇ ਕੇਸ ਹੋਏ ਆ, ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੇ ਮਾਫੀ ਮੰਗ ਕੇ ਖੜਾ ਛਡਾਇਆ। ਇਹਨੇ ਇਸ ਕੇਸ ਦੇ ਵਿੱਚ ਮਾਫੀ ਨਹੀਂ ਮੰਗੀ, ਆਪਣੀ ਥਾਂ ਦੇ ਉੱਤੇ ਅੜਿਆ ਰਿਹਾ ਤੇ ਸਜ਼ਾ ਕਰਵਾ ਲਈ। ਹਾਲਾਂਕਿ ਸਾਫ਼ ਦਿਸਦਾ ਸੀ ਕਿ ਜੇ ਅੜਿਆ ਰਿਹਾ ਤੇ ਸਜ਼ਾ ਨੂੰ ਹੋ ਸਕਦੀ ਹੈ। ਉਹ ਅੜਿਆ ਰਿਹਾ। ਹੁਣ ਜੇ 5-7 ਸਾਲ ਇਹਨੂੰ ਰਾਜਨੀਤੀ ਤੋਂ ਬਾਹਰ ਵੀ ਰਹਿਣਾ ਪਿਆ ਤੇ ਪਾਰਲੀਮੈਂਟ ਤੋਂ ਬਾਹਰ ਹੀ ਰਹੂ, ਰਾਜਨੀਤੀ ਤੋਂ ਬਾਹਰ ਤਾਂ ਨਹੀਂ ਨੇ ਰਹਿਣਾ। ਉਹ ਵੀ ਇਹਦੀ ਇੱਕ ਗੱਲ ਹੋਵੇਗੀ। ਇਹਦੇ ਤੋਂ ਇਲਾਵਾ ਮੈਂ ਇਹ ਗੱਲ ਦੱਸਾਂ ਕਿ ਇੱਥੇ ਭਾਰਤ ਵਿੱਚ ਬਹੁਤ ਕੁਝ ਆਖਿਆ ਜਾਂਦਾ ਰਿਹਾ। ਜਦੋਂ ਮੁੰਬਈ ਦੇ ਵਿੱਚ ਬਹੁਤ ਵੱਡਾ ਹਮਲਾ ਹੋਇਆ ਸੀ, ਦਹਿਸ਼ਤਗਰਦ ਹਮਲਾ, ਜਿਹੜਾ IG ਹੇਮੰਤ ਕਰਕਰੇ ਉਸ ਹਮਲੇ ਦੇ ਵਿੱਚ ਮਾਰਿਆ ਗਿਆ, ਜਿਹਨੂੰ ਸਾਰਾ ਦੇਸ਼ ਮੰਨਦਾ ਸ਼ਹੀਦ ਹੋ ਗਿਆ। ਪੀਸ ਟਾਈਮ ਦਾ ਸਭ ਤੋਂ ਵੱਡਾ ਬਹਾਦਰੀ ਅਵਾਰਡ ਅਸ਼ੋਕ ਚੱਕਰ ਉਹਦੀ ਪਤਨੀ ਨੂੰ ਦਿੱਤਾ ਗਿਆ ਸਦਕੇ ਉਹਦੇ ਨਾਂ ਦਾ। ਉਹਨੂੰ ਭਾਜਪਾ ਦੀ ਇੱਕ ਅੱਜਕੱਲ ਪਾਰਲੀਮੈਂਟ ਮੈਂਬਰ ਆ ਸਾਧਵੀ, ਉਹਨੇ ਆਖਿਆ ਜੀ ਉਹ ਤੇ ਮੇਰੇ ਸਰਾਪ ਨਾਲ ਮਰਿਆ। ਇਹਦਾ ਮਤਲਬ ਕਿ ਅੱਤਵਾਦੀਆਂ ਨਹੀਂ ਮਾਰਿਆ। ਉਹਦੇ ਬਾਰੇ 'ਚ ਜੋ ਉਹਨੇ ਗੱਲਾਂ ਕੂੜ ਕਪੜ ਕਹੀਆਂ, ਕੀ ਕਦੇ ਕਿਸੇ ਨੇ ਉਹਦੇ ਉੱਤੇ ਕੋਈ ਕੇਸ ਦਰਜ ਕਰਾਇਆ? ਕਿਸੇ ਨੇ ਕਰਾਇਆ ਹੀ ਨਹੀਂ। ਜੇ ਕਰਾਉਂਦੇ ਤੇ ਹੋ ਸਕਦਾ ਉਹਦੇ ਲਈ ਵੀ ਮੁਸ਼ਕਲ ਹੁੰਦੀ। ਉਸੇ ਸਾਧਵੀ ਨੇ ਇੱਕ ਵਾਰੀ ਮਹਾਤਮਾ ਗਾਂਧੀ ਬਾਰੇ ਬਹੁਤ ਗਲਤ ਗੱਲਾਂ ਕਹੀਆਂ ਸੀ, ਕਦੇ ਕਿਸੇ ਨੇ ਕੇਸ ਦਰਜ ਕਰਾਇਆ? ਕਿਸੇ ਨੇ ਨਹੀਂ ਕਰਾਇਆ। ਇਸ ਵੇਲੇ ਕੇਂਦਰ ਦੇ ਵਿੱਚ ਇੱਕ ਬੀਬੀ ਪਾਰਲੀਮੈਂਟ ਮੈਂਬਰ ਹੈ ਵੀ ਉਹ ਸਾਧਵੀ ਹੈ। ਉਹਨੇ ਇੱਕ ਵਾਰੀ ਦਿੱਲੀ ਦੇ ਵਿੱਚ ਜਲਸੇ 'ਚ ਬੋਲਦਿਆਂ ਫਿਰ ਉਹਨੇ ਯੂਪੀ 'ਚ ਵੀ 2 ਥਾਵਾਂ ਦੇ ਉੱਤੇ ਲਫ਼ਜ਼ ਬੋਲਿਆ ਸੀ ਕਿ ਜਿਹੜੇ ਰਾਮ ਨੂੰ ਮੰਨਣ ਵਾਲੇ ਉਹ ਤਾਂ ਰਾਮ ਜਿਆਦੇ ਆ, ਤੇ ਦੂਸਰਿਆਂ ਦੇ ਨਾਂ ਨਾਲ ਹਾਹਾ ਲਾਤਾ ਸੀ। ਉਹਦੇ ਤੋਂ ਬਹੁਤ ਦੇਸ਼ ਵਿੱਚ ਰੌਲਾ ਪਿਆ ਸੀ। ਬਾਅਦ 'ਚ ਉਹਨੇ ਮਾਫੀ ਮੰਗ ਲਈ, ਪਰ ਇਹਦੇ ਉੱਤੇ ਕਿਸੇ ਨੇ ਕੇਸ ਦਰਜ ਕਰਾਇਆ? ਕਿਸੇ ਨੇ ਕਰਵਾਇਆ ਤੱਕ ਨਹੀਂ। ਇਹਦੇ ਤੋਂ ਇਲਾਵਾ ਵੀ ਮੈਂ ਦੱਸਾਂ ਕਿ ਇੱਕ ਵਾਰੀ ਜਦੋਂ ਗੁਜਰਾਤ ਦੇ ਦੰਗੇ ਸੀ, ਪ੍ਰਵੀਨ ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਲੀਡਰ ਹੁੰਦਾ ਸੀ। ਉਹਨੇ ਇੱਕ ਲਫ਼ਜ਼ ਵਰਤਿਆ ਸੀ ਗੁਜਰਾਤੀ ਬੋਲੀ 'ਚ, ਇਟਲੀ ਨਿਕੁਤਰੀ। ਉਹ ਮਤਲਬ ਕੀ ਸੀ ਉਹਦਾ? ਉਹਨੇ ਜੋ ਆਖਿਆ ਗੁਜਰਾਤੀ ਬੋਲੀ 'ਚ, ਉਹਦਾ ਮਤਲਬ ਪਹਿਲਾਂ ਇਹ ਸੀ ਕਿ ਪਹਿਲਾਂ ਇੱਥੇ ਲੋਕਲ ਕਤੀੜ ਭੌਂਕਦੇ ਸੀ, ਫਿਰ ਸਾਰੇ ਦੇਸ਼ ਦੇ ਕੁੱਤੇ ਇਕੱਠੇ ਹੋ ਗਏ। ਤੇ ਉਹਦੇ ਤੋਂ ਬਾਅਦ ਜਿਹੜੀ ਅਗਲੀ ਗੱਲ ਉਹਨੇ ਆਖੀ ਉਹ ਮੈਂ ਪੰਜਾਬੀ 'ਚ ਦੱਸਣ ਨੂੰ ਤਿਆਰ ਨਹੀਂ, ਉਹ ਬਹੁਤ ਮਾੜੀ ਸੀ। ਕਾਂਗਰਸੀ ਬਹੁਤ ਭੜਕੇ ਸਨ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਗੱਲ ਦੀ ਨਿੰਦਾ ਕੀਤੀ ਸੀ ਪਾਰਲੀਮੈਂਟ ਵਿੱਚ, ਪਰ ਕਾਂਗਰਸੀਆਂ ਨੇ ਕੇਸ ਕਿਉਂ ਨਾ ਕੀਤਾ? ਇਹਨਾਂ ਨੇ ਕੀਤਾ ਹੀ ਨਹੀਂ, ਕਿਉਂਕਿ ਕਾਂਗਰਸੀਆਂ ਦੀ ਆਦਤ ਨਹੀਂ ਇਹੋ ਜਿਹੇ ਕੇਸ ਕਰਨ ਦੀ। ਬਾਅਦ ਵਿੱਚ ਉਸੇ ਪ੍ਰਵੀਨ ਤੋਗੜੀਆ ਤੇ ਨਰਿੰਦਰ ਮੋਦੀ ਦਾ ਝਗੜਾ ਪੈ ਗਿਆ, ਤੇ ਜਦੋਂ ਪ੍ਰਵੀਨ ਤੋਗੜੀਆ ਹਸਪਤਾਲ 'ਚ ਦਾਖਲ ਸੀ, ਉਹਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੀਡਰ ਉਹਨੂੰ ਮਿਲ ਨਹੀਂ ਸੀ ਗਏ। ਜਿਹੜੇ ਕਾਂਗਰਸੀਆਂ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਉਹਨੇ ਗੰਦੀ ਗਾਲ ਕੱਢੀ ਸੀ, ਇਹ ਕਾਂਗਰਸੀ ਲਾਈਨ ਬੰਨ੍ਹ ਕੇ ਹੱਥਾਂ 'ਚ ਫੁੱਲਾਂ ਦੇ ਬੁੱਕੇ ਲੈ ਕੇ ਉਸ ਪ੍ਰਵੀਨ ਤੋਗੜੀਆ ਨੂੰ ਮਿਲਣ ਲੱਗ ਪਏ, ਜਾ ਕੇ ਹਸਪਤਾਲ 'ਚ ਖਲੋ ਗਏ। ਉਦੋਂ ਚੰਗਾ ਹੋ ਗਿਆ ਸੀ। ਇਹਨਾਂ ਨੂੰ ਇਹ ਚੇਤਾ ਕਰਨਾ ਚਾਹੀਦਾ ਸੀ ਕਿ ਉਹਨੇ ਸੋਨੀਆ ਗਾਂਧੀ ਬਾਰੇ ਕੀ ਲਫ਼ਜ਼ ਵਰਤੇ ਹੋਏ ਆ। ਇੱਥੇ ਯੂਪੀ ਦੇ ਵਿੱਚ ਭਾਜਪਾ ਦਾ ਇੱਕ ਮੀਤ ਪ੍ਰਧਾਨ ਹੁੰਦਾ ਸੀ, ਉਹਨੇ ਇੱਕ ਵਾਰੀ ਬੀਬੀ ਮਾਇਆਵਤੀ ਬਾਰੇ ਇੰਨੇ ਗੰਦੇ ਲਫ਼ਜ਼ ਵਰਤੇ ਸੀ ਜਿੰਨੇ ਕੋਈ ਵਰਤ ਨਹੀਂ ਸਕਦਾ। ਉਹਦੇ ਤੋਂ ਬਾਅਦ ਭਾਜਪਾ ਵੀ ਘਬਰਾ ਗਈ। ਅਗਲੇ ਪਾਸੇ 3 ਮਹੀਨਿਆਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਸੀ ਤੇ 2016 ਦੇ ਅਖੀਰ ਦੀ ਗੱਲ ਹੈ। ਇਹਨਾਂ ਨੇ ਖੜੇ ਪੈਰ ਉਸ ਬੰਦੇ ਨੂੰ 6 ਮਹੀਨਿਆਂ ਵਾਸਤੇ ਕੱਢਤਾ।
ਜਦੋਂ ਉਹ ਕੇਸ ਚਲਾ ਗਿਆ ਪਾਰਲੀਮੈਂਟ ਵਿੱਚ ਵੀ ਤੇ ਸੁਪਰੀਮ ਕੋਰਟ ਵਿੱਚ ਵੀ, ਤੇ ਉਹਦੇ ਤੋਂ ਬਾਅਦ ਇਹਨਾਂ ਨੇ ਉਹੀ ਜਿਹੜਾ ਦਾਗੀ ਬੰਦਾ ਸੀ ਜਿਹਨੇ ਇਦਾਂ ਦੀ ਭੱਦੀ ਗੱਲ ਆਖੀ ਸੀ, ਉਹਦੀ ਪਤਨੀ ਨੂੰ ਟਿਕਟ ਦੇ ਦਿੱਤੀ, ਉਹਨੂੰ ਜ਼ੋਰ ਨਾਲ ਜਿਤਾਇਆ ਵੀ, ਤੇ ਯੋਗੀ ਆਦਿੱਤਿਆਨਾਥ ਦੀ ਪਹਿਲੀ ਸਰਕਾਰ 'ਚ ਮੰਤਰੀ ਵੀ ਬਣਾਤੀ। ਇਹਨਾਂ ਨੇ ਆਪਣੇ ਬੰਦੇ ਬਾਰੇ ਉਹਦੇ ਬਾਰੇ ਕਿਉਂ ਨਾ ਸੋਚਿਆ। ਇਹਦੇ ਤੋਂ ਇਲਾਵਾ ਮੈਂ ਹੋਰ ਬਹੁਤ ਸਾਰੀਆਂ ਗੱਲਾਂ ਦੱਸਦਿਆਂ। ਇੱਥੇ ਅੱਜ ਕੱਲ੍ਹ ਇੱਕ ਬੀਜੇਪੀ ਦੀ ਲੀਡਰ ਆ, ਉਹਦਾ ਨਾਂ ਖੁਸ਼ਬੂ ਸੁੰਦਰ ਹੈ। ਇਹ ਖੁਸ਼ਬੂ ਸੁੰਦਰ ਪਹਿਲਾਂ ਕਾਂਗਰਸ ਵਿੱਚ ਹੁੰਦੀ ਸੀ, ਔਰ ਇਹਨੇ ਇੱਕ ਵਾਰੀ ਆਖਿਆ ਸੀ ਮੋਦੀ ਮੀਨਜ਼ ਭ੍ਰਿਸ਼ਟਾਚਾਰ। ਹੁਣ ਉਹਦੇ ਟਵਿੱਟਰ ਦੇ ਉੱਤੇ ਟਵੀਟ ਅਜੇ ਤੱਕ ਪਏ, ਕਾਂਗਰਸ ਵਾਲੇ ਚੇਤਾ ਕਰਾਉਂਦੇ ਆ ਕਿ ਤੂੰ ਤੇ ਆਹ ਕਹਿੰਦੀ ਸੀ, ਹੁਣ ਤੂੰ ਮੋਦੀ ਕੋਲ ਚਲੀ ਗਈ ਆ। ਉਹ ਕਹਿੰਦੀ ਆ ਜੀ ਮੈਂ ਮੋਦੀ ਦੀ ਪਾਰਟੀ 'ਚ ਇਸ ਕਰਕੇ ਆ ਗਈ ਕਿ ਪਾਰਟੀ ਚੰਗੀ ਆ, ਉਦੋਂ ਜੋ ਕੁਝ ਮੈਂ ਆਖਿਆ ਉਹ ਕਾਂਗਰਸ ਪਾਰਟੀ 'ਚ ਹੁੰਦੀ ਸੀ, ਉਹ ਕਾਂਗਰਸ ਦਾ ਕਲਚਰ ਸੀ, ਮੈਂ ਤਾਂ ਆਖਿਆ। ਉਹਨੇ ਭਾਂਡਾ ਫਿਰ ਇਹਨਾਂ ਤੇ ਭੰਨਤਾ। ਇਹੋ ਹੀ ਨਹੀਂ, ਜਦੋਂ ਮੋਦੀ ਸਾਹਿਬ ਨੇ ਇੱਕ ਵਾਰੀ ਉੱਥੇ ਗੁਜਰਾਤ ਦੇ ਵਿੱਚ ਸਰਦਾਰ ਦੇ 12 ਵਜੇ ਵਾਲੀ ਗੱਲ ਆਖੀ ਸੀ ਤੇ ਸਾਰੇ ਦੇਸ਼ 'ਚ ਰੌਲਾ ਪੈ ਗਿਆ ਸੀ। ਉਹ ਵੀ ਤੇ ਗੱਲ ਹੈਗੀ ਸੀ। ਕਦੇ ਕਿਸੇ ਨੇ ਇਸ ਗੱਲ ਦਾ ਕੇਸ ਕੀਤਾ? ਕਿਸੇ ਨੇ ਕੀਤਾ ਹੀ ਨਹੀਂ। ਜਦੋਂ ਕੀਤਾ ਨਹੀਂ ਤੇ ਫਿਰ ਕੀ ਕੀਤਾ ਜਾਵੇ? ਇਹਨਾਂ ਕਾਂਗਰਸੀਆਂ ਤੋਂ ਇਲਾਵਾ ਇਦਾਂ ਦੀ ਬਦਜ਼ਬਾਨੀ, ਜਿਹੜਾ ਪੁੱਠਾ ਬੋਲਣ ਦੀ ਗੱਲ ਆ, ਉਹ ਤਾਂ ਸਾਡੇ ਪੰਜਾਬ ਵਿੱਚ ਵੀ ਆਉਂਦੀ ਰਹੀ ਆ। ਇੱਥੇ ਲੁਧਿਆਣੇ ਦਾ ਇੱਕ ਅਕਾਲੀ ਲੀਡਰ, ਹੁਣ ਦੁਨੀਆ ਤੇ ਨਹੀਂ, ਉਹਦਾ ਨਾਂ ਲੈਂਦਾ ਮੈਂ ਚੰਗਾ ਨਹੀਂ ਲੱਗਦਾ, ਉਹਨੇ ਮੁੱਖ ਮੰਤਰੀ ਬੇਅੰਤ ਸਿੰਘ ਬਾਰੇ ਇੱਕ ਬੜਾ ਲਫ਼ਜ਼ ਕਹਿਤਾ ਸੀ, ਤੇ ਫਲਾਣੇ ਦਾ ਪੁੱਤ ਆ, ਬਹੁਤ ਗੰਦੇ ਲਫ਼ਜ਼ ਉਹਨੇ ਵਰਤੇ ਸਨ। ਰੌਲਾ ਉਹਦੇ ਉੱਤੇ ਵੀ ਪਿਆ ਸੀ। ਇਹਨਾਂ ਨੂੰ ਛੱਡ ਦਿਓ। ਇਹਦੇ ਤੋਂ ਇਲਾਵਾ ਮੈਂ ਹੋਰ ਦੱਸਦਾ ਕਿ ਇੱਕ ਵਾਰੀ ਇੱਥੇ 2 ਅਕਾਲੀ ਲੀਡਰਾਂ ਦੇ ਕਤਲ ਹੋ ਗਏ ਸੀ। ਉਹਦੇ ਬਾਰੇ ਪੰਥਕ ਧਿਰਾਂ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਬਣ ਗਈ ਜਥੇਦਾਰ ਟੌੜਾ ਦੇ ਖਿਲਾਫ। ਜਥੇਦਾਰ ਟੌੜਾ ਨੇ ਪਹਿਲਾਂ ਆਖਿਆ ਜੀ ਸਾਂਝੇ ਤੌਰ ਤੇ ਪੰਥਕ ਜਥੇਬੰਦੀਆਂ ਫੈਸਲਾ ਕਰ ਲੈਣ, ਫਿਰ ਜਥੇਦਾਰ ਟੌੜਾ ਨੇ ਨਾ ਕਰਤੀ, ਤੇ ਸਿਮਰਜੀਤ ਸਿੰਘ ਮਾਨ ਨੇ ਜਥੇਦਾਰ ਟੌੜਾ ਵਾਸਤੇ ਇੱਕ ਲਫ਼ਜ਼ ਵਰਤਿਆ ਸੀ। ਇਹਨਾਂ ਸਾਰੇ ਕੇਸਾਂ 'ਚ ਕਦੇ ਕਿਸੇ ਨੇ ਕੋਈ ਮੁਕੱਦਮੇਬਾਜ਼ੀ ਨਹੀਂ ਕੀਤੀ, ਕੋਈ ਅਦਾਲਤ ਵਿੱਚ ਜਾ ਕੇ ਪੈਰਵੀ ਨਹੀਂ ਕੀਤੀ। ਰਾਹੁਲ ਗਾਂਧੀ ਦੇ ਕੇਸ ਵਿੱਚ ਸਾਰਿਆਂ ਤੋਂ ਅਲੋਕਾਰ ਗੱਲ ਇਹ ਹੋਈ ਆ ਕਿ ਇੱਕ ਧਿਰ ਉੱਥੇ ਖਲੋ ਗਈ, ਜਿਹੜੀ ਧਿਰ ਨੇ ਆਖਿਆ ਕਿ ਇਹਨੇ ਮੋਦੀ ਭਾਈਚਾਰੇ ਦੇ ਖਿਲਾਫ ਲਫ਼ਜ਼ ਆਖੇ ਆ। ਉਹ ਆਪਣੀ ਥਾਂ ਤੇ ਖੜੇ ਰਹੇ। ਜਾਂ ਤਾਂ ਇਦਾਂ ਦੇ ਕੇਸਾਂ ਵਿੱਚ ਪਹਿਲਾਂ ਵੀ ਇਹ ਗੱਲਾਂ ਆਖੀਆਂ ਜਾਂਦੀਆਂ ਹੁੰਦੀਆਂ। ਹੁਣ ਜਿੱਦਾਂ ਉਹ ਜਿਹੜੀ ਖੁਸ਼ਬੂ ਸੁੰਦਰ ਹੈ, ਜਿਹੜੀ ਅੱਜ ਕੱਲ੍ਹ ਭਾਜਪਾ ਦੇ ਵਿੱਚ ਲੀਡਰ ਹੈ, ਇਦਾਂ ਦੇ ਲਫ਼ਜ਼ ਤਾਂ ਉਹਨੇ ਵੀ ਆਖੇ ਸੀ, ਪਰ ਕਿਉਂਕਿ ਉਹ ਛੋਟੇ ਦਰਜੇ ਦੇ ਲੀਡਰ ਸੀ, ਉਹਦੇ ਉੱਤੇ ਕਿਸੇ ਨੇ ਕੇਸ ਕੀਤਾ ਨਹੀਂ। ਰਾਹੁਲ ਗਾਂਧੀ ਤੇ ਕਰਤਾ, ਇਹ ਫਸ ਗਿਆ। ਜਿੰਨੇ ਮਰਜ਼ੀ ਲੰਘ ਜਾਣ, ਜਿਹੜਾ ਸੰਨ ਉੱਤੇ ਫੜਿਆ ਜਾਵੇ ਚੋਰ ਤਾਂ ਉਹ ਹੁੰਦਾ। ਹੁਣ ਇਸੇ ਤਰ੍ਹਾਂ ਹੀ ਇੱਥੇ ਹਜ਼ਾਰਾਂ ਲੋਕ ਇੱਕ ਦੂਸਰੇ ਬਾਰੇ ਬਹੁਤ ਭੱਦੀਆਂ ਤੋਂ ਭੱਦੀਆਂ ਟਿੱਪਣੀਆਂ ਕਰਦੇ ਆ, ਬਹੁਤ ਜ਼ਿਆਦਾ ਕੁਝ ਪੁੱਠਾ ਸਿੱਧਾ ਬੋਲਦੇ ਆ, ਪਰ ਉਹਨਾਂ ਦੇ ਖਿਲਾਫ ਕਦੇ ਕੋਈ ਕੇਸ ਬਣਦਾ ਨਹੀਂ। ਜਿਨ੍ਹਾਂ ਦੇ ਖਿਲਾਫ ਕੇਸ ਬਣਦਾ ਹੀ ਨਹੀਂ, ਉਹਨਾਂ ਦਾ ਅਸੀਂ ਕੀ ਕਰ ਸਕਦੇ ਹਾਂ? ਇਹਦੇ ਖਿਲਾਫ ਕੇਸ ਬਣ ਗਿਆ ਸੀ ਤੇ ਇਹਦੀ ਪਾਰਟੀ ਨੂੰ ਚਾਹੀਦਾ ਸੀ ਕਿ ਕੇਸ ਜਾਂ ਤਾਂ ਲੜਦੀ ਜਾਂ ਇਹਨੂੰ ਸਮਝਾਉਂਦੇ ਕਿ ਤੂੰ ਭਾਈ ਉਹਦੀ ਫਟਾਫਟ ਇੱਕ ਵਾਰੀ ਮਾਫੀ ਮੰਗ ਕੇ ਗੱਲ ਮੁਕਾ ਲਾ। ਉਹਨਾਂ ਤੋਂ ਦੋਵਾਂ 'ਚੋਂ ਕੁਝ ਨਹੀਂ ਕੀਤਾ। ਇਸ ਵੇਲੇ ਵੀ ਮੇਰੀ ਜਾਣਕਾਰੀ ਇਹ ਕਹਿੰਦੀ ਹੈ ਕਿ ਇਹਦੇ ਖਿਲਾਫ 4-5 ਕੇਸ ਹੋਰ ਚੱਲਦੇ ਪਏ ਆ। ਉਹਨਾਂ 4-5 ਕੇਸਾਂ ਦੇ ਵਿੱਚ ਵੀ ਜੇ ਇਹ ਆਖੇ ਮੈਂ ਮੁਆਫੀ ਨਹੀਂ ਮੰਗਣੀ, ਤੇ ਫਿਰ ਇਹਦੀ ਪਾਰਟੀ ਨੂੰ ਕਾਨੂੰਨੀ ਤੌਰ ਤੇ ਲੜਾਈ ਲੜਨ ਦਾ ਪ੍ਰਬੰਧ ਕਰਨਾ ਚਾਹੀਦਾ। ਇਹ ਕਾਨੂੰਨੀ ਲੜਾਈ ਵੀ ਲੜਨ ਜੋਗੇ ਨਹੀਂ, ਉਹਦੇ ਵਿੱਚ ਵੀ ਕਮਜ਼ੋਰੀ ਵਿਖਾਉਂਦੇ ਆ। ਸਿਰਫ ਇਹ ਆਖੀ ਜਾਣਾ ਕਿ ਸਾਰੀ ਪਾਰਟੀ ਰਾਹੁਲ ਗਾਂਧੀ ਦੇ ਨਾਲ ਹੈ, ਇਹ 100 ਸਵਾਲਾਂ ਦਾ ਸਵਾਲ ਹੈ ਕਿ ਜੇ ਤੁਹਾਡੇ ਲੀਡਰ ਨੇ ਸਟੈਂਡ ਲੈ ਲਿਆ, ਔਰ ਗੱਲ ਉਹਨੇ ਉਸ ਪ੍ਰਧਾਨ ਮੰਤਰੀ ਬਾਰੇ ਕਹੀ ਹੈ ਜਿਹੜਾ ਪ੍ਰਧਾਨ ਮੰਤਰੀ ਕਈਆਂ ਬਾਰੇ ਕਈ ਕੁਝ ਕਹਿ ਜਾਂਦਾ, ਉਹਨੇ ਵੀ ਬਹੁਤ ਕੁਝ ਕਿਹਾ ਹੋਇਆ, ਉਹਦੀਆਂ ਕਈਆਂ ਗੱਲਾਂ ਦਾ ਤੇ ਕਦੇ ਕਿਸੇ ਨੇ ਬੁਰਾ ਨਹੀਂ ਮਨਾਇਆ, ਜਵਾਬੀ ਕਾਰਵਾਈ ਦੇ ਤੌਰ ਤੇ ਕਦੇ ਕਿਸੇ ਨੇ ਕੇਸ ਨਹੀਂ ਕਰਾਇਆ। ਜਦੋਂ ਤੁਸੀਂ ਇਹ ਮੰਨਦੇ ਆ ਕਿ ਤੁਹਾਡਾ ਲੀਡਰ ਠੀਕ ਹੈ, ਤੇ ਫਿਰ ਇਸ ਲੀਡਰ ਦੀ ਪੈਰਵੀ ਕਰਨ ਵਾਸਤੇ ਤੁਸੀਂ ਹੁਣ ਤੱਕ ਕੀਤਾ ਕੀ ਆ? ਕਿਸੇ ਨੇ ਕੱਖ ਵੀ ਨਹੀਂ ਕੀਤਾ। ਜਦੋਂ ਇਹੋ ਜਿਹਾ ਮੁਕੱਦਮਾ ਸੀ ਤੇ ਇਹਨਾਂ ਨੂੰ ਚਾਹੀਦਾ ਸੀ ਕਿ 2 ਦਿਨ ਪਹਿਲਾਂ ਸੋਚਦੇ ਕਿ ਜੇ ਤੇ ਬਰੀ ਹੋ ਗਿਆ ਠੀਕ ਠਾਕ ਹੈ, ਪਰ ਜੇ ਸਜ਼ਾ ਹੋ ਗਈ ਤੇ ਫਿਰ ਆਪਾਂ ਖੜੇ ਪੈਰ ਕੀ ਕਰਨਾ? ਇਹ 2 ਦਿਨ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਜਿਹੜੀ 2013 ਵਾਲੀ ਸੁਪਰੀਮ ਕੋਰਟ ਦੀ ਟਿੱਪਣੀ ਆ, ਜਿਹੜਾ ਉਹਦਾ ਡਿਸੀਜਨ ਆ ਕਿ 2 ਸਾਲ ਤੋਂ ਵੱਧ ਸਜ਼ਾ ਹੋਵੇ ਤੇ ਬੰਦੇ ਨੂੰ ਪਾਰਲੀਮੈਂਟ ਮੈਂਬਰ ਜਾਂ ਵਿਧਾਨ ਸਭਾ ਚੋਂ ਖਾਰਜ ਕਰ ਦਿਓ, ਉਹ ਇਹਦੇ ਉੱਤੇ ਵੀ ਲਾਗੂ ਹੋ ਸਕਦੀ ਹੈ। ਕਾਂਗਰਸ ਵਾਲੇ ਇਹੋ ਹੀ ਕਹਿੰਦੇ ਨੇ ਨਾ ਇਹ ਕਿੱਦਾਂ ਹੋ ਸਕਦੀ ਹੈ, ਇਹ ਤਾਂ ਹੋਣੀ ਨਹੀਂ। ਜਿਹੜੇ ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਜਦੋਂ ਇਹ ਪਤਾ ਕਿ ਇਹ ਸੁਪਰੀਮ ਕੋਰਟ ਦਾ ਹੁਕਮ ਆਉਣ ਤੋਂ ਬਾਅਦ ਵੀ ਇਹੋ ਜਿਹੀਆਂ ਸਜ਼ਾਵਾਂ ਵਾਲੇ ਬੰਦੇ ਚੋਣਾਂ ਵੀ ਲੜਦੇ ਰਹੇ, ਜਿੱਤਦੇ ਵੀ ਰਹੇ, ਪਾਰਲੀਮੈਂਟ ਦੇ ਵਿੱਚ ਲੋਕ ਸਭਾ 'ਚ ਵੀ ਜਾਂਦੇ ਰਹੇ, ਰਾਜ ਸਭਾ 'ਚ ਵੀ ਜਾਂਦੇ ਰਹੇ, ਉਹਨਾਂ 'ਚੋਂ ਕਿਸੇ ਨੂੰ ਵੀ ਕਦੇ ਕੋਈ ਸਜ਼ਾ ਨਹੀਂ ਦਿੱਤੀ ਗਈ। ਤੇ ਇਕੱਲੇ ਰਾਹੁਲ ਗਾਂਧੀ ਦੇ ਸਵਾਲ ਇੱਦਾਂ ਦੀ ਜਿਹੜੀ ਕਾਹਲੀ ਕੀਤੀ ਗਈ, ਫਟਾਫਟ ਵੀ ਇਹ ਬੰਦਾ ਹੁਣ ਗਲੋਂ ਰਾਹ ਦਿਓ, ਉਹਨੂੰ ਕੱਢ ਦਿਓ ਬਾਹਰ, ਇਹ ਪਾਰਲੀਮੈਂਟ 'ਚ ਦਿਸਣਾ ਨਹੀਂ ਚਾਹੀਦਾ। ਇਹ ਜਿਹੜੀ ਕਾਹਲ ਕਦਮੀ ਨਾ ਕੀਤੀ, ਉਹ ਲੋਕਤੰਤਰੀ ਰਵਾਇਤਾਂ ਚੱਜ ਵਿਚਾਰ ਦੇ ਪੱਖ ਤੋਂ ਠੀਕ ਨਹੀਂ ਲੱਗਦੀ। ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਇੱਦਾਂ ਦੇ ਲਿਹਾਜ਼ ਦੀ ਆਸ ਕਾਂਗਰਸ ਨੇ ਰੱਖੀ ਕਿਉਂ? ਉਹਨਾਂ ਨੂੰ ਨਹੀਂ ਪਤਾ ਕਿ ਨਰਿੰਦਰ ਮੋਦੀ ਨਾਲ ਸਾਡੇ ਕਿੱਦਾਂ ਦੇ ਰਿਸ਼ਤੇ ਆ। ਜੇ ਉਹਨਾਂ ਨੂੰ ਰਿਸ਼ਤਿਆਂ ਦਾ ਪਤਾ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਪੂਰਾ ਪ੍ਰਬੰਧ ਪਹਿਲਾਂ ਕਰਨਾ ਚਾਹੀਦਾ ਸੀ। ਆਹ ਹੁਣ ਜਿਹੜਾ ਇਸ ਵੇਲੇ ਧਰਨੇ ਲਾਉਣੇ ਆ, ਇਹ ਧਰਨੇ ਇਹਨਾਂ ਨੂੰ ਕਦੇ ਨਹੀਂ ਸੀ ਲਾਉਣੇ ਪੈਣੇ। ਹੁਣ ਤਾਂ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਗ ਗਈ ਖੇਤ। ਹੁਣ ਤਾਂ ਅਗਲੀ ਤਿਆਰੀ ਕਰਨ ਕਿ ਅਮੇਠੀ ਦੀ ਸੀਟ ਤਾਂ ਪਹਿਲਾਂ ਗਵਾ ਲਈ ਸੀ,
ਕੇਰਲਾ ਦੇ ਵਾਇਨਾਡ ਦੀ ਸੀਟ ਇਹਨੇ ਖਾਲੀ ਕੀਤੀ ਹੈ। ਪਰਿਵਾਰ ਦੇ ਨਾਲ ਲੋਕਾਂ ਦੀਆਂ ਹਮਦਰਦੀਆਂ ਵੀ ਹੋ ਸਕਦੀਆਂ ਨੇ। ਉਸ ਪਰਿਵਾਰ ਦੇ ਜਿਹੜਾ ਹੈਗਾ ਵਿੱਚੋਂ ਇੱਕੋ ਪ੍ਰਿਯੰਕਾ ਗਾਂਧੀ ਹੈ ਜਿਹਨੂੰ ਇਹ ਚੋਣ ਲੜਾ ਸਕਦੇ ਆ। ਪਰ ਜੇ ਚੋਣ ਲੜਨ ਵਾਸਤੇ ਪ੍ਰਿਯੰਕਾ ਜਾਵੇਗੀ, ਹੋ ਸਕਦਾ ਜਿੱਤ ਜਾਵੇ, ਤੇ ਜੇ ਮਗਰ ਰਾਬਰਟ ਵਾਡਰਾ ਵੀ ਚਲਾ ਗਿਆ ਉੱਥੇ ਫੇਰ ਗੇੜੇ ਕੱਢਣ, ਤੁਸੀਂ ਸਮਝ ਲਓ ਫਿਰ ਅੱਲਾ ਬੇਲੀ। ਬਿਲਕੁਲ ਪੰਨੂ ਸਾਹਿਬ, ਗੱਲ ਤਾਂ ਉਹੀ ਹੈ ਨਾ, ਸੋਚ ਕੇ ਗੱਲ ਕਰਨੀ ਚਾਹੀਦੀ ਸੀ। ਹੁਣ ਗੱਲ ਕਰਕੇ ਸੋਚਣ ਦਾ ਕੀ ਫਾਇਦਾ ਹੈ। ਦੇਖਦੇ ਹਾਂ ਅੱਗੇ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ। ਪੰਨੂ ਸਾਹਿਬ, ਦੂਸਰੇ ਪਾਸੇ ਚੰਡੀਗੜ੍ਹ ਤੋਂ ਖਬਰ ਆ ਰਹੀ ਹੈ ਜੀ, ਉੱਥੇ ਇੱਕ ਅਨਾਜ ਦਾ ਘਪਲਾ ਸਾਹਮਣੇ ਆਇਆ। ਵੈਸੇ ਤਾਂ ਹੁੰਦਾ ਇਹੀ ਹੈ ਕਿ ਮਾੜਾ ਬੰਦਾ ਹਮੇਸ਼ਾ ਹੀ ਮਾਰਿਆ ਜਾਂਦਾ ਹੈ, ਅਮੀਰਾਂ ਦੀਆਂ ਯਾਰੀਆਂ ਅਮੀਰਾਂ ਨਾਲ ਹੀ ਹੁੰਦੀਆਂ। ਇੱਥੇ ਵੀ ਪਤਾ ਚੱਲਿਆ ਕਿ ਜਿਹੜੇ ਕੁਝ ਰਸੂਖਵਾਨ ਸੀਗੇ ਉਹ ਬਚ ਗਏ ਆ ਅਫਸਰ, ਤੇ ਮਾੜੇ ਬੰਦਿਆਂ ਦੇ ਉੱਪਰ ਸਾਰਾ ਭਾਂਡਾ ਭੰਨਿਆ ਜਾ ਰਿਹਾ ਹੈ। ਕਰੋੜਾਂ ਦਾ ਘਪਲਾ ਜੀ, ਪੂਰੀ ਜਾਣਕਾਰੀ ਦਿਓ। ਦੇਖੋ, ਇਹ ਜਿਹੜਾ ਬਹੁਤ ਵੱਡਾ ਘਪਲਾ, ਇਹਦੇ ਸੰਬੰਧ 'ਚ ਮੈਂ ਦੱਸ ਦਿਆਂ ਕਿ ਇੱਕ ਵਾਰ ਨਹੀਂ ਹੋਇਆ, ਦੋ ਵਾਰ ਨਹੀਂ, ਬਹੁਤ ਵਾਰੀ ਹੋਇਆ। ਮੈਂ ਤਾਂ ਇਹਨਾਂ ਦੀ ਪਿਛਲੀ ਹਿਸਟਰੀ ਵੀ ਜਾਣਦਾ। ਇੱਕ ਵਾਰੀ 1980-81 ਦੀਆਂ ਗੱਲਾਂ ਨੇ। ਇੱਥੋਂ ਪੰਜਾਬ ਦੇ ਵਿੱਚੋਂ ਇੱਕ ਟ੍ਰੇਨ ਸਪੈਸ਼ਲ ਭਰ ਕੇ ਭੇਜੀ ਗਈ ਅਨਾਜ ਦੀ ਰੂਸ ਦੇ ਵਿੱਚ। ਉਹਦਾ ਕਿਸੇ ਨੇ ਰੂਸ ਵਾਲਿਆਂ ਨੂੰ ਉੱਥੇ ਮਾਸਕੋ 'ਚ ਮੈਸੇਜ ਭੇਜ ਦਿੱਤਾ ਕਿ ਉਹਦੇ ਵਿੱਚ ਬੋਰੀਆਂ 'ਚ ਅੱਧੀਆਂ ਬੋਰੀਆਂ ਮਿੱਟੀ ਦੀਆਂ ਭਰ ਕੇ ਤੇ ਅੱਧੀਆਂ ਖੁਰਾਕ ਦੀਆਂ ਭਰ ਕੇ ਭੇਜੀਆਂ ਜਾ ਰਹੀਆਂ ਨੇ। ਉਹਨਾਂ ਨੇ ਕੀ ਕੀਤਾ, ਜਦੋਂ ਸ਼ਿਪ ਉੱਥੇ ਪਹੁੰਚਣਾ ਸੀ, ਉਹਨੇ ਚਿਰ ਤੱਕ ਇੱਥੋਂ ਦਿੱਲੀ ਤੋਂ ਜਿਹੜੇ ਉਹਨਾਂ ਦੇ ਮਿਲਟਰੀ ਦੇ ਉੱਥੇ ਐਮਬੈਸੀ ਦੇ ਵਿੱਚ ਖੁਰਾਕ ਦੀ ਸਪਲਾਈ ਦਾ ਪ੍ਰਬੰਧ ਕਰਨ ਵਾਲੇ ਸੀ, ਉਹ ਦੋਵੇਂ ਬੰਦੇ ਮੰਗਵਾ ਲਏ। ਉਹਨਾਂ ਦੀ ਹਾਜ਼ਰੀ 'ਚ ਸ਼ਿਪ ਗਏ ਤੋਂ ਉਹ ਸਾਰਾ ਸਮਾਨ ਲਾਇਆ ਗਿਆ। ਜਦੋਂ ਵੇਖਿਆ ਕਿ ਵਿੱਚ ਮਿੱਟੀ ਵਾਲੀਆਂ ਬੋਰੀਆਂ ਵੀ ਹੈ, ਸਮਰੀ ਟ੍ਰਾਇਲ ਕਰਕੇ ਤੇ ਇੰਨੀ ਵੱਡੀ ਸਜ਼ਾ ਦੇ ਦਿੱਤੀ ਸੀ ਕਿ ਮੁੜ ਕੇ ਉਹਨਾਂ ਨੂੰ ਪਛਤਾਉਣ ਦਾ ਵੀ ਮੌਕਾ ਨਹੀਂ ਸੀ ਰਿਹਾ। ਪਰ ਉਹਨਾਂ ਦੇ ਨਾਲ ਉਸ ਵਕਤ 40 ਦੇ ਕਰੀਬ ਅੱਡ-ਅੱਡ ਥਾਵਾਂ ਤੋਂ, ਕਿਤੇ ਡਿਪੂ ਮੈਨੇਜਰ, ਕਿਤੇ ਸੁਪਰਵਾਈਜ਼ਰ, ਕਿਤੇ ਪਲਾਨਰ, ਕਿਤੇ ਇੰਸਪੈਕਟਰ, ਕਈ ਫੜੇ ਗਏ ਸਨ। ਉਹ ਸਾਰੇ 8-8 10-10 ਸਾਲ ਕੇਸ ਚੱਲਦਾ ਰਿਹਾ। ਇੰਨਾ ਲੰਮਾ ਕੇਸ ਚੱਲਣ ਤੋਂ ਬਾਅਦ ਉਹਨਾਂ ਚਿਰ ਤੱਕ ਅੱਧੀ ਤਨਖਾਹ ਲੈਂਦੇ ਰਹੇ, ਤੇ ਬਾਅਦ 'ਚ ਆ ਕੇ ਉਹ ਸਾਰੇ ਅਦਾਲਤ 'ਚੋਂ ਬਰੀ ਹੋ ਗਏ। ਤੇ ਬਰੀ ਹੋਣ ਤੋਂ ਬਾਅਦ ਉਹਨਾਂ ਨੇ ਪਿਛਲੀਆਂ ਤਨਖਾਹਾਂ ਵੀ ਕਢਾ ਲਈਆਂ, ਤੇ ਇੰਨੇ ਸਮੇਂ ਦੀਆਂ ਜਿਹੜੀਆਂ ਤਰੱਕੀਆਂ ਬਣਦੀਆਂ ਸੀ, ਉਹ ਵੀ 2-2 ਤਰੱਕੀਆਂ ਲੈ ਕੇ ਵੱਡੇ ਸੁਪਰ ਅਫਸਰ ਬਣ ਗਏ। ਅੱਗੇ ਨਾਲੋਂ ਵੀ ਜ਼ਿਆਦਾ ਕਮਾਈ ਕਰਨ ਲੱਗ ਪਏ ਸਨ। ਉਹਨਾਂ ਦਾ ਕੱਖ ਵੀ ਨਹੀਂ ਸੀ ਵਿਗੜਿਆ। ਹੁਣ ਵੀ ਇੱਥੇ ਜੋ ਕੁਝ ਹੁੰਦਾ ਪਿਆ, ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਕਾਂਗਰਸੀ ਸਰਕਾਰ ਦੇ ਦੌਰਾਨ ਬਹੁਤ ਕੁਝ ਇੱਦਾਂ ਦਾ ਘਪਲਾ ਹੋਇਆ। ਇਕੱਲਾ ਕਾਂਗਰਸੀ ਸਰਕਾਰ ਦੌਰਾਨ ਕਿ ਜਿਹੜੀ ਉਹ ਤੋਂ ਪਿਛਲੀ ਅਕਾਲੀ ਸਰਕਾਰ ਸੀ, ਜਾਂਦਿਆਂ ਜਦੋਂ 6 ਮਹੀਨੇ ਵੀ ਨਹੀਂ ਸੀ ਰਹਿ ਗਏ, ਸਰਕਾਰ ਉਹ ਚੱਲੀ ਸੀ, ਚੋਣਾਂ ਸਿਰ ਤੇ ਸੀ, ਉਦੋਂ ਜਿਹੜਾ 29,000 ਕਰੋੜ ਰੁਪਏ ਦਾ ਘਪਲਾ ਹੋਇਆ, ਉਹ ਵੀ ਤਾਂ ਐਸੇ ਵਿੱਚ ਸੀ। ਹੁਣ ਵੇਖਣਾ ਇਹ ਚਾਹੀਦਾ ਕਿ ਐਡਾ ਵੱਡਾ ਘਪਲਾ ਕੋਈ ਸਧਾਰਨ ਸੇਵਾਦਾਰ, ਕੋਈ ਸਧਾਰਨ ਚੌਕੀਦਾਰ, ਕੋਈ ਸਧਾਰਨ ਇੰਸਪੈਕਟਰ ਜਾਂ ਕਲਰਕ ਤਾਂ ਨਹੀਂ ਕਰ ਸਕਦਾ, ਉੱਥੇ ਕੋਈ ਮੁਨਸ਼ੀ ਤਾਂ ਨਹੀਂ ਕਰ ਸਕਦਾ। ਇਹ ਐਡੇ ਘਪਲੇ ਜੇ ਕਰਨੇ ਆ, ਤੇ ਇਹਨਾਂ ਨੂੰ ਕਰਨ ਵਾਸਤੇ ਐਡੀ ਵੱਡੀ ਤਾਕਤ ਵੀ ਚਾਹੀਦੀ, ਐਡੀ ਵੱਡੀ ਹਸਤੀ ਵੀ ਚਾਹੀਦੀ ਹੈ, ਜਿਹੜਾ ਬੰਦਾ ਇੰਨਾ ਮਾਲ ਪਹੁੰਚਾ ਸਕਦਾ ਹੋਵੇ। ਇਹਨਾਂ ਛੋਟੇ ਹਾਜ਼ਮੇ ਵਾਲੇ ਵਿਚਾਰੇ ਸਾਰਿਆਂ ਦੇ ਉੱਤੇ ਉਹ ਜਿਹੜਾ ਤਬੇਲੇ ਦੀ ਬੜਾ ਵਿਛੇਰੇ ਦੇ ਗਲ ਪਾਉਣ ਵਾਲੀ ਕਹਾਣੀ ਹੈ, ਇਹਨਾਂ ਦਾ ਤਾਂ ਉਹਨਾਂ ਕਸੂਰ ਹੈ ਹੀ ਨਹੀਂ। ਹੁਣ ਜਿਹੜੀਆਂ ਗੱਲਾਂ ਨਿਕਲਦੀਆਂ ਪਈਆਂ, ਉਹ ਇਹ ਕਿ ਵੱਡਾ ਘਪਲਾ, ਕਰੋੜਾਂ ਦਾ ਮਾਲ ਹੈ, ਤੇ ਉਹਨੂੰ ਛੋਟੇ ਉਹਨਾਂ ਬੰਦਿਆਂ ਦੇ ਸਿਰ ਪਾਇਆ ਜਾ ਰਿਹਾ ਜਿਨ੍ਹਾਂ ਨੂੰ ਕਰੋੜ ਦੀ ਗਿਣਤੀ ਕਰਨੀ ਵੀ ਨਹੀਂ ਆਉਂਦੀ ਹੋਣੀ। ਇਹ ਸਾਰੇ ਮਾਮਲੇ ਦੀ ਦੁਬਾਰਾ ਪੁਣਛਾਣ ਹੋਣੀ ਚਾਹੀਦੀ ਹੈ, ਬਲਕਿ ਹੁਣ ਤੋਂ ਪੁਣਛਾਣ ਨਹੀਂ ਹੋਣੀ ਚਾਹੀਦੀ। ਇਹ ਸਾਰੀ ਪੁਣਛਾਣ 2015-16 ਤੋਂ ਉਦੋਂ ਤੋਂ ਹੋਣੀ ਚਾਹੀਦੀ ਆ, ਜਦੋਂ ਵੱਡੇ ਘਪਲੇ ਹੋਏ, ਜਦੋਂ ਵੱਡੇ ਘਪਲਿਆਂ ਦੀ ਸ਼ੁਰੂਆਤ ਹੋਈ, ਜਦੋਂ 29,000 ਕਰੋੜ ਦਾ ਇੱਕੋ ਘਪਲਾ ਹੋਇਆ। ਉਹਦੇ ਤੋਂ ਬਾਅਦ ਫਿਰ ਆ ਪਿਛਲੀ ਸਰਕਾਰ ਵੇਲੇ ਜਿਹੜੇ ਅੰਮ੍ਰਿਤਸਰ ਦੇ ਗੋਦਾਮ ਟੁੱਟ ਗਏ, ਔਰ ਗੋਦਾਮਾਂ ਦੀਆਂ ਚਾਬੀਆਂ ਜਿਹਦੇ ਕੋਲ ਸੀ ਉਹ ਪੇਸ਼ ਹੋਣ ਤੋਂ ਹੀ ਭੱਜ ਗਿਆ। ਮੈਜਿਸਟ੍ਰੇਟ ਦੀ ਹਾਜ਼ਰੀ ਜਾ ਕੇ ਗੋਦਾਮ ਖੋਲ੍ਹੇ ਤੇ ਵਿੱਚ ਮਾਲ ਹੀ ਕੋਈ ਨਾ, ਤੇ ਆਖਣ ਜੀ ਮਾਲ ਇੱਥੋਂ ਕੱਢ ਕੇ ਬਾਹਰ ਦਾ ਬਾਹਰ ਵਿਕ ਗਿਆ, ਤੇ ਉਹ ਕੁਝ ਇੱਥੇ ਅੰਮ੍ਰਿਤਸਰ ਰਿਹਾ, ਕੁਝ ਚੰਡੀਗੜ੍ਹ ਤੱਕ ਹਿੱਸਾ ਪੱਤੀ ਪਹੁੰਚ ਗਿਆ। ਉਹ ਸਾਰੀਆਂ ਕਹਾਣੀਆਂ ਜਿਹੜੀਆਂ ਹੁੰਦੀਆਂ ਰਹੀਆਂ, ਹਰ ਇੱਕ ਨੂੰ ਪਤਾ, ਤੇ ਜੇ ਹਰ ਇੱਕ ਨੂੰ ਪਤਾ ਤੇ ਉਹਦੀ ਪੜਤਾਲ ਉੱਥੋਂ ਹੋਣੀ ਚਾਹੀਦੀ ਆ। 2-4 ਤੱਕ ਜਿਹੜੇ ਵੱਡੇ ਮਗਰਮੱਛਾਂ ਨੂੰ ਛੱਡ ਦਿਓ, ਤੇ ਛੋਟੀਆਂ ਮੱਛੀਆਂ, ਤੇ ਮੱਛੀਆਂ ਤੋਂ ਵੀ ਛੋਟੇ ਜਿਹੜੇ ਪੂੰਗ ਹੈ ਉਹਨਾਂ ਦੇ ਸਿਰ ਪਾ ਦਿਓ। ਇਹ ਗਲਤ ਗੱਲ ਹੋਵੇਗੀ। ਇਹ ਮਗਰਮੱਛਾਂ ਨੂੰ ਬਚਾਉਣ ਵਾਲੀ ਖੇਡ ਨਹੀਂ ਹੋਣੀ ਚਾਹੀਦੀ। ਬਿਲਕੁਲ ਪੰਨੂ ਸਾਹਿਬ, ਹਿੱਸਾ ਪਤੀ ਚਾਹੇ ਰੇਤਾ ਦੀ ਹੋਵੇ, ਚਾਹੇ ਬਿਜਲੀ ਦੀ ਹੋਵੇ, ਉਧਰ ਵੀ ਪਹੁੰਚਦੀ ਰਹਿੰਦੀ ਹੈ, ਪਰ ਇਹਨਾਂ ਸਾਰਿਆਂ ਦੇ ਉੱਪਰ ਹੁਣ ਕਾਰਵਾਈ ਤਾਂ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਪੰਨੂ ਸਾਹਿਬ, ਰੂਸ ਤੇ ਯੂਕਰੇਨ ਦਾ ਯੁੱਧ ਚੱਲਦਾ ਪਿਆ, ਵਾਹਵਾ ਚਿਰ ਹੋ ਗਿਆ। ਹੁਣ ਤਾਂ ਕੋਈ ਵਿੱਚ ਪਾ ਕੇ ਲੱਗਦਾ ਕਿ ਰੋਕਣ ਦਾ ਯਤਨ ਵੀ ਨਹੀਂ ਕਰਦਾ। ਹਾਲਾਂਕਿ ਚੀਨ ਦੇ ਵੀ ਚਰਚੇ ਰਹਿੰਦੇ ਆ, ਭਾਰਤ ਨੂੰ ਵੀ ਕਿਹਾ ਗਿਆ ਸੀ ਵਿਚੋਲਗੀ ਕਰਨ ਨੂੰ, ਪਰ ਹੁਣ ਇੱਕ ਰੂਸ ਦਾ ਬਿਆਨ ਆਇਆ। ਰੂਸ ਨੇ ਕਿਹਾ ਕਿ ਬੇਲਾਰੂਸ ਦੇ ਵਿੱਚ ਐਟਮੀ ਹਥਿਆਰ ਤਾਇਨਾਤ ਕਰਨੇ ਆ। ਇਸ ਖਬਰ ਨੂੰ ਪੰਨੂ ਸਾਹਿਬ ਕਿਵੇਂ ਦੇਖਦੇ ਆ? ਕਿਉਂਕਿ ਜਦੋਂ ਅਮਰੀਕਾ ਦਾ ਜ਼ਿਕਰ ਕੀਤਾ ਜਾਂਦਾ ਤੇ ਰੂਸ ਦਾ ਇਹ ਕਹਿਣਾ ਕਿ ਅਮਰੀਕਾ ਨੇ ਵੀ ਕਈ ਦੇਸ਼ਾਂ ਦੇ ਵਿੱਚ ਲਗਾਏ ਆ, ਅਸੀਂ ਲਗਾ ਲਏ ਤਾਂ ਕੀ ਹੋਇਆ? ਦੇਖੋ, ਗੱਲ ਇਹ ਆ ਕਿ ਜਿਹੜਾ ਇਹਨਾਂ ਦਾ ਰੂਸ ਤੇ ਯੂਕਰੇਨ ਦਾ ਝਗੜਾ, ਉਹ ਤਾਂ ਜਿੱਥੇ ਪਹੁੰਚ ਗਿਆ ਉਹਦਾ ਹੱਲ ਏਡੀ ਛੇਤੀ ਕੋਈ ਨਹੀਂ ਲੱਭਦਾ ਪਿਆ। ਚੀਨ ਵਾਲਿਆਂ ਨੇ ਕੋਸ਼ਿਸ਼ ਕੀਤੀ ਸੀ ਅਸੀਂ ਨਿਬੇੜਾ ਕਰਾ ਦਈਏ, ਪਰ ਉਹਨਾਂ ਦੇ ਨਿਬੇੜਾ ਕਰਾਉਣ ਤੋਂ ਪਹਿਲਾਂ ਨਾਟੋ ਫਿਰ ਸਰਗਰਮ ਹੋ ਗਈ। ਜਾਪਾਨ ਦਾ ਪ੍ਰਧਾਨ ਮੰਤਰੀ ਵੀ ਯੂਕੇ ਨੂੰ ਗੇੜੇ ਮਾਰਨ ਲੱਗ ਪਿਆ।
ਅਮਰੀਕਾ ਦਾ ਰਾਸ਼ਟਰਪਤੀ ਜੋ ਬਾਈਡਨ ਵੀ ਇੱਕ ਦਿਨ ਭੱਜ ਕੇ ਉੱਥੋਂ ਹੋ ਗਿਆ, ਫਿਰ ਰੂਸ ਵਾਲਾ ਵੀ ਚਲਾ ਗਿਆ। ਜਿਹੜੇ ਇਲਾਕੇ ਯੂਕਰੇਨ ਦੇ ਨੇ ਖੋਲ੍ਹੇ ਰੂਸ ਨੇ, ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਗੇੜਾ ਮਾਰ ਕੇ ਆਪਣੀਆਂ ਫੌਜਾਂ ਨੂੰ ਥਾਪੜਾ ਦੇ ਕੇ ਆ ਗਿਆ। ਜਦੋਂ ਇਹ ਸਾਰੇ ਪਾਸਿਆਂ ਤੋਂ ਅੱਗ ਲਾਉਣ ਦੀਆਂ ਹੀ ਕੋਸ਼ਿਸ਼ਾਂ ਨੇ, ਸਮਝੌਤਾ ਕਰਨ ਵਾਲੀ ਕੋਸ਼ਿਸ਼ ਹੀ ਕੋਈ ਨਹੀਂ, ਤੇ ਉਹ ਮਸਲਾ ਮੁੱਕ ਕਿੱਦਾਂ ਜਾਊ? ਉਹਦੇ ਵਿੱਚ ਕਿਉਂਕਿ ਹੁਣ ਅਮਰੀਕਾ ਵਾਲੇ ਤੇ ਨਾਟੋ ਦੇਸ਼ਾਂ ਦੀਆਂ ਫੌਜਾਂ ਦੇ ਕਮਾਂਡਰ ਇਸ ਜਿੱਤੇ ਆ ਕਿ ਜੋ ਮਰਜ਼ੀ ਹੋ ਜੇ, ਅਸੀਂ ਯੂਕਰੇਨ 'ਚ ਇਹਨੂੰ ਆਪਣਾ ਨਾਟੋ ਦਾ ਮੈਂਬਰ ਵੀ ਬਣਾਉਣਾ, ਤੇ ਜੋ ਸਾਡਾ ਸਮਾਨ ਉਹ ਇੱਥੇ ਲਿਆਉਣਾ। ਜੋ ਸਾਡਾ ਸਮਾਨ ਦਾ ਮਤਲਬ ਕਿ ਅਸੀਂ ਐਟੋਮਿਕ ਹਥਿਆਰ ਵੀ ਇੱਥੇ ਲਿਆ ਕੇ ਮਿਜ਼ਾਈਲਾਂ ਲਾਉਣੀਆਂ। ਤੇ ਰੂਸ ਨੇ ਆਖਿਆ ਠੀਕ ਹੈ, ਤੁਸੀਂ ਇੱਥੇ ਲਾ ਲਓ, ਅਸੀਂ ਤੁਹਾਡੇ ਪਿਛਲੇ ਪਾਸੇ ਬੈਲਾਰੂਸ ਦੇ ਵਿੱਚ ਜਾ ਕੇ ਲਾ ਦਿੰਦੇ ਹਾਂ। ਬੈਲਾਰੂਸ ਹੁਣ ਤੱਕ ਉਹਦੇ ਰੂਸ ਦੇ ਨਾਲ ਮਿਲ ਕੇ ਚੱਲਦਾ। ਉਹ ਪੁਰਾਣੀਆਂ ਸਾਂਝਾਂ ਵੀ ਹੈਗੀਆਂ, ਜਦੋਂ ਸੋਵੀਅਤ ਯੂਨੀਅਨ ਹੁੰਦਾ ਸਾਰੇ ਉਹਦੇ ਵਿੱਚ ਸ਼ਾਮਲ ਹੁੰਦੇ ਸੀ। ਉਹਨੇ ਆਖਿਆ ਅਸੀਂ ਫਿਰ ਉੱਥੇ ਲਾ ਦਿੰਦੇ ਹਾਂ। ਜਦੋਂ ਬੈਲਾਰੂਸ ਵਿੱਚ ਲੱਗਣਗੇ ਤੇ ਯੂਕਰੇਨ ਦੋਵਾਂ ਪਾਸਿਆਂ ਤੋਂ ਘਿਰ ਸਕਦਾ, ਔਰ ਨਾਲ ਜਿਹੜੇ ਯੂਰਪ ਦੇ ਕੁਝ ਹੋਰ ਦੇਸ਼ ਆ ਉਹਨਾਂ ਨੂੰ ਵੀ ਖਤਰਾ ਪੈਦਾ ਹੋ ਸਕਦਾ। ਇਸ ਕਰਕੇ ਹੁਣ ਇਹ ਵੀ ਹੋ ਸਕਦਾ ਕਿ ਅਮਰੀਕਾ ਦੇ ਨਾਲ ਵੀ ਉਹਨਾਂ ਦੀ ਕੌੜ ਵਧੇ, ਕਿ ਪਹਿਲਾਂ ਤੇ ਅਮਰੀਕਾ ਦੀ ਕੌੜ ਸੀਗੀ ਰੂਸ ਨਾਲ, ਤੇ ਯੂਕਰੇਨ ਫਸਿਆ, ਤੇ ਯੂਕਰੇਨ ਨਾਲ ਝਗੜਾ ਚੱਲਿਆ ਤੇ ਸਾਰੇ ਯੂਰਪ ਦੇ ਵਾਸਤੇ ਗੈਸ ਦੀ ਸਪਲਾਈ ਬੰਦ ਹੋ ਗਈ। ਇਹ ਜਿੰਨੇ ਬਰਤਾਨੀਆ ਤੋਂ ਲੈ ਕੇ ਜਰਮਨੀ, ਫਰਾਂਸ, ਇਟਲੀ ਵਗੈਰਾ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਇਹ ਜੰਗ ਭੁਗਤਣੀ ਪਈ। ਹੁਣ ਉਹ ਲੋਕ ਸਮਝਦੇ ਆ ਕਿ ਜੇ ਬੈਲਾਰੂਸ ਤੱਕ ਵੀ ਰੂਸ ਆ ਗਿਆ ਤੇ ਉਹਨੇ ਐਟਮੀ ਹਥਿਆਰ ਲਾਤੇ ਤੇ ਮੁਸੀਬਤ ਤਾਂ ਸਾਡੀ ਵਧਣੀ ਆ। ਅਮਰੀਕਾ ਤੇ ਵਾਹਵਾ ਦੂਰ ਬੈਠਾ, ਉਹਨੂੰ ਤੇ ਬਹੁਤਾ ਸੇਕ ਪਹੁੰਚਣਾ ਨਹੀਂ। ਇਸ ਕਰਕੇ ਉਹ ਸਾਰੇ ਦੇਸ਼ ਇਸ ਵੇਲੇ ਅਮਰੀਕਾ ਦੇ ਉੱਤੇ ਦਬਾਅ ਪਾਉਂਦੇ ਪਏ ਆ ਕਿ ਗੱਲ ਨੂੰ ਜਿੱਦਾਂ ਵੀ ਹੋ ਸਕੇ ਰੋਕਣ ਦਾ ਯਤਨ ਕਰੋ। ਜੇ ਹੋਰ ਲੜਾਈ ਖਿਲਰ ਗਈ ਤੇ ਤੂੰ ਤਾਂ ਦੂਰ ਬੈਠਾ, ਨੁਕਸਾਨ ਹੋਇਆ ਤੇ ਸਾਡਾ ਹੋ ਸਕਦਾ। ਬਿਲਕੁਲ ਪੰਨੂ ਸਾਹਿਬ, ਨੁਕਸਾਨ ਬਹੁਤ ਹੋ ਸਕਦਾ ਹੈ। ਇਸ ਯੁੱਧ ਨੂੰ ਇੱਥੇ ਰੁਕਣਾ ਚਾਹੀਦਾ ਤੇ ਪ੍ਰੋਗਰਾਮ ਦਾ ਸਮਾਂ ਵੀ ਪੰਨੂ ਸਾਹਿਬ ਸਮਾਪਤ ਹੁੰਦਾ ਜੀ। ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਸੋ ਇਹ ਸਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।